सज्जण सच्चा पातशाह सिर शाह दे शाह जिस पास बैठिया सोईए सबना दा वेसा सतनाम श्री वाहेगुरु साहिब जी। क्या पढ़िए क्या गुनिए क्या वेद पुराना सुनिए क्या पढ़िए क्या गुनिए क्या वेद पुराना सुनिए पढ़े सुने क्या होई जो सहज ना मिलियो सोई। हर का नाम ना जपस गवारा क्या सोचें बारंबार रहाओ। अंधियारे दीपक चाहिए एक बस्त अगोचर लइए बस्त अगोचर पाई घट दीपक रहा समाई। कहे कबीर अब जानिया जब जानिया तो मन मानिया मन माने लोग ना पतीजै ना पतीजै तो क्या कीजै। कहे कबीर अब जानिया जब जानिया तो मन मानिया मन माने लोग ना पतीजै ना पतीजै तो क्या कीजै। वाहिगुरु जी का खालसा वाहिगुरु जी की फतेह। जुग जुग अटल बाणी के बोहित चवर तखत छत्र दे मालिक पातशाहां दे पातशाह सतगुरु साहिब श्री गुरु ग्रंथ साहिब जी दी पावन गोद विच जुड़ मिल बैठे वड भागी सत संगी जनों आप वड भागे हो जिन्हां नूं अमृत वेले तो लैके सतगुरां दी पावन बाणी दे नाल जुड़न दा सुभाग प्राप्त होया। आप जी ने जो शब्द सरवण कीता है ये पावन शब्द भगत कबीर जी दा उच्चारण किया सुरठ रागनी दे विच 655 अंग ते सुभायमान है। भगत कबीर जी इस पावन शब्द के अंदर सानू ये गल समझाउंदे ने
ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਪਾਠ ਪੂਜਾ ਕੀਤੀ ਜਾਂਦੀ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਜਾਂਦਾ ਹੈ, ਉਹ ਇਸ ਵਾਸਤੇ ਕਿ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਮਨ ਦੇ ਵਿੱਚ ਟਿਕਾ ਆ ਜਾਵੇ, ਮਨ ਦੇ ਵਿੱਚ ਸਹਿਜ ਆ ਜਾਵੇ, ਮਨ ਜੁੜ ਜਾਵੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ। ਪਰ ਭਗਤ ਕਬੀਰ ਜੀ ਕਹਿੰਦੇ ਕਿ ਉਸ ਪੜ੍ਹੇ ਦਾ ਕੀ ਲਾਭ, ਉਸ ਵਿਚਾਰੇ ਦਾ ਕੀ ਲਾਭ। ਉਹ ਧਾਰਮਿਕ ਗ੍ਰੰਥ ਵੇਦ ਪੁਰਾਣ ਆਦਿਕ ਜਿਹੜੇ ਨੇ ਉਹਨਾਂ ਨੂੰ ਸੁਣਨ ਦਾ ਕੀ ਲਾਭ। ਜੇ ਪੜ੍ਹ ਵੀ ਲਿਆ ਤੇ ਸੁਣ ਵੀ ਲਿਆ ਪਰ ਜੀਵ ਦੇ ਅੰਦਰ ਸਹਿਜ ਨਾ ਆਇਆ, ਜੀਵ ਦੇ ਅੰਦਰ ਟਿਕਾ ਨਾ ਆਇਆ। ਉਹ ਜਿੰਨੇ ਮਰਜ਼ੀ ਸਤਿਗੁਰੂ ਜੀ ਵੀ ਦੱਸਦੇ ਨੇ ਕਿ ਗਿਣਤੀ ਦੇ ਜਿੰਨੇ ਮਰਜ਼ੀ ਕੋ ਪਾਠ ਪੂਜਾ ਕਰੀ ਜਾਵੇ ਪਰ ਉਹਦੇ ਨਾਲ ਟਿਕਾ ਨਹੀਂ ਆਇਆ ਕਰਦਾ, ਜਿੰਨਾ ਚਿਰ ਜੀਵ ਅੰਦਰੋਂ ਨਹੀਂ ਜੁੜ ਜਾਇਆ ਕਰਦਾ। ਤੇ ਫਿਰ ਭਗਤ ਕਬੀਰ ਜੀ ਸਮਝਾਉਂਦੇ ਨੇ ਕਿ ਮਨੁੱਖ ਜਿਹੜਾ ਨਾ ਇਹ ਪਰਮੇਸ਼ਰ ਦਾ ਨਾਮ ਜਪਣ ਵੱਲੋਂ ਬੜਾ ਅਵੇਸਲਾ ਹੈ। ਕਹਿੰਦੇ ਬਾਰ-ਬਾਰ ਸੋਚਦਾ ਹੈ ਕਿ ਜਪੀਏ ਜਾਂ ਨਾ ਜਪੀਏ, ਜਾਂ ਕੱਲ ਤੋਂ ਜਪਣਾ ਸ਼ੁਰੂ ਕਰ ਦੇਵਾਂਗੇ। ਕਹਿੰਦੇ ਹਰ ਵੇਲੇ ਸੋਚਦਾ ਹੈ, ਕੋਈ ਚੰਗਾ ਕਰਨ ਲੱਗਿਆ ਬਾਰ-ਬਾਰ ਸੋਚੀ ਜਾਂਦਾ ਹੈ, ਬਾਰ-ਬਾਰ ਉਹਨੂੰ ਵਿਚਾਰੀ ਜਾਂਦਾ ਹੈ ਕਿ ਕਰਾਂ ਕਿ ਨਾ ਕਰਨਾ ਕਰਾਂ। ਕਹਿੰਦੇ ਜਿਸ ਤਰ੍ਹਾਂ ਹਨੇਰਾ ਦੂਰ ਕਰਨ ਦੇ ਲਈ ਦੀਵੇ ਦੀ ਜ਼ਰੂਰਤ ਪੈਂਦੀ ਹੈ, ਭਗਤ ਜੀ ਕਹਿੰਦੇ ਕਿ ਇਸੇ ਤਰ੍ਹਾਂ ਹੀ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੇ ਲਈ ਗੁਰੂ ਦੇ ਗਿਆਨ ਦੀ ਜ਼ਰੂਰਤ ਹੈ। ਤੇ ਜਦੋਂ ਭਗਤ ਜੀ ਕਹਿੰਦੇ ਕਿ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਨਾ, ਉਸ ਵੇਲੇ ਫਿਰ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਇਆ ਕਰਦਾ ਹੈ। ਜਦੋਂ ਗੁਰੂ ਗਿਆਨ ਬਖਸ਼ ਦਿੰਦਾ ਹੈ ਉਸ ਵੇਲੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਉਹ ਕਿਵੇਂ ਖਤਮ ਹੁੰਦਾ ਹੈ? ਸਤਿਗੁਰੂ ਜੀ ਕਹਿੰਦੇ ਉਹ ਅਗੋਚਰ ਵਸਤੂ ਹੈ ਪਰਮੇਸ਼ਰ ਦਾ ਨਾਮ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ। ਉਸ ਅਗੋਚਰ ਵਸਤੂ ਨੂੰ ਜਦੋਂ ਕੋਈ ਜੀਵ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰੂ ਜੀ ਦੱਸਦੇ ਨੇ ਕਿ ਉਹਦੇ ਅੰਦਰੋਂ ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ ਦੇ ਨਾਲ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਇਆ ਕਰਦਾ ਹੈ। ਭਗਤ ਕਬੀਰ ਜੀ ਕਹਿੰਦੇ ਕਿ ਮੇਰੇ ਤੇ ਮੇਰੇ ਗੁਰੂ ਨੇ ਬੜੀ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ। ਮੇਰਾ ਮਨ ਉਸ ਮਾਲਕ ਦੇ ਉੱਤੇ ਪਤੀਜ ਗਿਆ, ਮੈਨੂੰ ਭਰੋਸਾ ਆ ਗਿਆ, ਮੈਨੂੰ ਸਮਝ ਲੱਗ ਗਈ ਕਿ ਨਾਮ ਦੇ ਨਾਲ ਜੁੜਨ ਦੇ ਨਾਲ ਹੀ ਜੀਵ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ। ਪਰ ਕਹਿੰਦੇ ਜਿਹੜੇ ਲੋਕ ਨੇ ਨਾ ਸੰਸਾਰਕ, ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ, ਉਹ ਮੇਰੀਆਂ ਗੱਲਾਂ ਤੇ ਪਤੀਜਦੇ ਨਹੀਂ। ਪਰ ਭਗਤ ਕਬੀਰ ਜੀ ਕਹਿੰਦੇ ਕਿ ਨਹੀਂ ਪਤੀਜਦੇ ਨਾ ਸੀ, ਪਰ ਮੇਰੇ ਤੇ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਮੇਰਾ ਮਨ ਜਿਹੜਾ ਉਹ ਪਤੀਜ ਗਿਆ, ਮੈਨੂੰ ਮੇਰੇ ਗੁਰੂ ਦੇ ਉੱਤੇ, ਪਰਮੇਸ਼ਰ ਦੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਬਣ ਗਿਆ। ਭਗਤ ਕਬੀਰ ਜੀ ਸ਼ਬਦ ਦੇ ਆਰੰਭ ਦੇ ਵਿੱਚ ਰਹਿਮਤ ਕਰਦੇ ਨੇ, ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ। ਕਹਿੰਦੇ ਕੀ ਪੜੀਏ ਤੇ ਕੀ ਵਿਚਾਰੀਏ, ਕਿ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਸੁਣਨਾ ਕਰੀਏ। ਫਿਰ ਕਹਿੰਦੇ ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋ। ਕਹਿੰਦੇ ਜਿਹੜੇ ਪਾਠ ਕੀਤੇ, ਪੂਜਾ ਕੀਤੀ, ਉਹਦਾ ਕਰਨ ਦਾ ਕੀ ਲਾਭ ਹੋਇਆ ਜੇ ਮਨ ਦੇ ਵਿੱਚ ਟਿਕਾਈ ਨਾ ਆਇਆ, ਮਨ ਦੇ ਵਿੱਚ ਸਹਿਜ ਹੀ ਨਾ ਆਇਆ, ਮਨ ਦੇ ਵਿੱਚ ਉਸੇ ਤਰ੍ਹਾਂ ਭਟਕਣਾ ਬਣੀ ਰਹੀ ਜਿਵੇਂ ਆਮ ਸੰਸਾਰੀ ਲੋਕਾਂ ਦੇ ਅੰਦਰ ਏ। ਤੇ ਸਤਿਗੁਰੂ ਜੀ ਕਹਿੰਦੇ ਕਿ ਇਹ ਵਿਖਾਵੇ ਦੇ ਕਰਮ ਧਰਮ ਕਰਨ ਦਾ ਵੀ ਕੀ ਲਾਭ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਸ ਵੇਲੇ ਕਾਂਚੀ ਦੇ ਵਿੱਚ ਗਏ ਨਾ,
ਕਾਂਚੀ ਦੇ ਵਿੱਚ ਪੰਡਤਾਂ ਦਾ ਬਹੁਤ ਬੋਲਬਾਲਾ ਸੀ। ਜਿਹੜੇ ਬ੍ਰਾਹਮਣ ਲੋਕ ਸਨ, ਜਿੰਨੇ ਵੀ ਸੰਸਾਰਕ ਲੋਕ ਸਨ, ਇਹਨਾਂ ਦੀ ਗੱਲ ਮੰਨਿਆ ਕਰਦੇ ਸਨ। ਤੇ ਇਹ ਕੀ ਕਰਦੇ ਸਨ? ਜਿਹੋ ਜਿਹਾ ਉਪਦੇਸ਼ ਦਿੰਦੇ ਸਨ, ਉਹ ਸੰਸਾਰਕ ਲੋਕ ਇਹਨਾਂ ਦੇ ਉਪਦੇਸ਼ ਨੂੰ ਸੁਣਦੇ ਤੇ ਉਹਨੂੰ ਵੀ ਮੰਨਿਆ ਵੀ ਕਰਦੇ ਸਨ। ਪਰ ਇਹ ਆਪ ਲੋਕ ਜਿਹੜੇ ਸਨ, ਗਿਆਨ ਤੋਂ ਖਾਲੀ ਸਨ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਾਂਚੀ ਦੇ ਵਿੱਚ ਪਹੁੰਚੇ ਨਾ, ਇਹ ਪੰਡਿਤ ਇਕੱਠੇ ਹੋ ਕੇ ਆ ਗਏ। ਕਹਿਣ ਲੱਗੇ ਕਿ ਤੁਹਾਡੇ ਕੋਲ ਨਾ ਤੇ ਕੋਈ ਧਾਰਮਿਕ ਗ੍ਰੰਥ ਹੈ ਜਿਹਦੀ ਤੁਸੀਂ ਪਾਠ ਪੂਜਾ ਕਰਦੇ ਹੋ, ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਨਾ ਤੁਸੀਂ ਮਾਲਾ ਧਾਰਨ ਕੀਤੀ ਹੈ, ਨਾ ਹੀ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਮੱਥੇ ਤੇ ਤਿਲਕ ਲਾਇਆ। ਜਿਹੜੇ ਪਰਮਾਤਮਾ ਨੂੰ ਪਾਉਣ ਵਾਲੇ ਚਿੰਨ੍ਹ ਨੇ, ਉਹ ਤੁਹਾਡੇ ਕੋਲ ਕੋਈ ਵੀ ਨਹੀਂ। ਇਹ ਸਮਝਦੇ ਸਨ ਕਿ ਪਤਾ ਨਹੀਂ ਇਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰ ਲਈਦਾ ਜਾਂ ਮਨ ਦੇ ਵਿੱਚ ਟਿਕਾ ਆ ਜਾਂਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਸ ਵੇਲੇ ਇਹਨਾਂ ਲੋਕਾਂ ਨੂੰ ਇਹ ਉਪਦੇਸ਼ ਸਮਝਾਇਆ, ਇਹ ਗੱਲ ਸਮਝਾਉਣੀ ਕੀਤੀ। ਸਤਿਗੁਰੂ ਜੀ ਨੇ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਬਚਨ ਦੱਸੇ ਨੇ। ਕਹਿੰਦੇ ਕਿ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਖਨ ਸਾਰੰ, ਗਲ ਮਾਲਾ ਤਿਲਕ ਲਿਲਾਟੰ, ਦੋ ਧੋਤੀ ਬਸਤਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨੇਚੋ ਕਰਮ। ਕੋ ਨਾਨਕ ਨੇ ਚੋ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਸਤਿਗੁਰੂ ਜੀ ਕਹਿੰਦੇ ਕਿ ਧਾਰਮਿਕ ਗ੍ਰੰਥ ਪੜ੍ਹੇ ਤੇ ਜੀ ਵਾਦ ਵਿਵਾਦ ਦੇ ਵਿੱਚ ਪੈ ਗਿਆ। ਲੋਕਾਂ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਕਿ ਮੈਂ ਚੰਗਾ ਤੇ ਤੁਸੀਂ ਮਾੜੇ, ਤੁਹਾਨੂੰ ਕੋਈ ਗਿਆਨ ਨਹੀਂ ਤੇ ਮੈਨੂੰ ਸਾਰਾ ਹੀ ਗਿਆਨ ਹੈ। ਕਹਿੰਦੇ ਧਾਰਮਿਕ ਗ੍ਰੰਥ ਇਸ ਵਾਸਤੇ ਨਹੀਂ ਸਨ ਪੜ੍ਹਨੇ ਕਿ ਵਾਦ ਵਿਵਾਦ ਇਕੱਠਾ ਕਰ ਲੈਂਦੇ, ਲੋਕਾਂ ਨੂੰ ਝਗੜਿਆਂ ਦੇ ਵਿੱਚ ਪਾ ਦਿੰਦੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਧਾਰਮਿਕ ਗ੍ਰੰਥ ਇਸ ਵਾਸਤੇ ਪੜ੍ਹੇ ਜਾਂਦੇ ਨੇ, ਉਹਨਾਂ ਦੀ ਵਿਚਾਰ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਵਿਚਾਰ ਕੇ ਤਤ ਵਸਤੂ ਜੋ ਪਰਮਾਤਮਾ ਦਾ ਨਾਮ ਹੈ ਉਹਦੀ ਪ੍ਰਾਪਤੀ ਹੋ ਜਾਵੇ, ਮਨ ਦੇ ਵਿੱਚ ਸਹਿਜ ਆ ਜਾਵੇ, ਮਨ ਦੇ ਵਿੱਚ ਟਿਕਾ ਆ ਜਾਵੇ। ਇਸ ਵਾਸਤੇ ਇਹ ਧਾਰਮਿਕ ਗ੍ਰੰਥ ਜਿਹੜੇ ਨੇ ਪੜ੍ਹੇ ਜਾਂਦੇ ਨੇ। ਕਹਿੰਦੇ ਕਿ ਇਹਨਾਂ ਨੂੰ ਪੜ੍ਹਨ ਦਾ ਕੀ ਲਾਭ? ਜੇ ਝਗੜਾ ਹੀ ਸ਼ੁਰੂ ਕਰ ਦਿੱਤਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੱਸਦੇ ਨੇ, ਕਹਿੰਦੇ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਬਿਭੂਖਨ ਸਾਰੰ, ਤ੍ਰਿਪਾਲ ਤੇ ਹਾਲ ਵਿਚਾਰੰ। ਕਹਿਣ ਲੱਗੇ ਕਿ ਤੁਸੀਂ ਕੀ ਕਰਦੇ ਹੋ? ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹੋ ਤੇ ਲੋਕਾਂ ਦੇ ਨਾਲ ਵਾਦ ਵਿਵਾਦ ਕਰਦੇ ਹੋ, ਝਗੜੇ ਸ਼ੁਰੂ ਕਰ ਦਿੰਦੇ। ਆਪਣੇ ਆਪ ਨੂੰ ਚੰਗੇ ਅਖਵਾਉਣ ਦੇ ਲਈ ਲੋਕਾਂ ਦੇ ਨਾਲ, ਸੰਸਾਰਕ ਜੀਵ ਜਿਹੜੇ ਨੇ ਉਹਨਾਂ ਦੇ ਨਾਲ ਤੁਸੀਂ ਝਗੜਾ ਪਾਉਂਦੇ ਹੋ। ਫਿਰ ਕੀ ਕਰਦੇ ਹੋ? ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਸ਼ਿਵਲਿੰਗ ਦੀ ਪੂਜਾ ਕਰਦੇ, ਪੱਥਰ ਦੀ ਪੂਜਾ ਕਰਦੇ ਹੋ। ਕਿਵੇਂ? ਕਹਿੰਦੇ ਜਿਵੇਂ ਬਗਲਾ ਜਿਹੜਾ ਉਹ ਸਮਾਧੀ ਲਾ ਕੇ ਬੈਠ ਜਾਂਦਾ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਇਹ ਜਿਹੜੇ ਸ਼ਿਵਲਿੰਗ ਆਦਿ ਇਹਦੀ ਪੂਜਾ ਕਰਨੀ ਕਰਦੇ ਹੋ। ਆਪਣੇ ਆਪ ਨੂੰ ਇਸ ਤਰ੍ਹਾਂ ਵਿਖਾਉਂਦੇ ਹੋ ਸੰਸਾਰ ਦੇ ਲੋਕਾਂ ਨੂੰ ਕਿ ਜਿਵੇਂ ਤੁਸੀਂ ਬੜੇ ਵੱਡੇ ਧਰਮੀ ਹੋ, ਪਰ ਜਦੋਂ ਤੁਹਾਡੇ ਕੋਲ ਕੋਈ ਫਸ ਜਾਂਦਾ ਹੈ ਤੇ ਉਹਨੂੰ ਲੁੱਟਣ ਲੱਗਿਆਂ ਤੁਸੀਂ ਦੇਰ ਨਹੀਂ ਲਾਉਂਦੇ। ਤੁਹਾਡੀ ਸਮਾਧੀ ਬਗਲੇ ਵਰਗੀ ਹੈ, ਜਿਵੇਂ ਬਗਲਾ ਜਿਹੜਾ ਉਹ ਛੱਪੜ ਦੇ ਕਿਨਾਰੇ ਦੇ ਉੱਤੇ ਇੱਕ ਲੱਤ ਦੇ ਭਾਰ ਖਲੋ ਜਾਂਦਾ ਹੈ, ਪਰ ਜਦੋਂ ਉਹਦੇ ਕੋਲ ਕੋਈ ਡੱਡੀ ਜਾਂ ਮੱਛੀ ਆ ਜਾਂਦੀ ਹੈ ਉਹਨੂੰ ਖਾਣ ਲੱਗਿਆਂ ਕਦੇ ਦੇਰੀ ਨਹੀਂ ਲਾਉਂਦਾ। ਤੁਹਾਡੀ ਵੀ ਇਹੋ ਜਿਹੀ ਹਾਲਤ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਮਝਾਇਆ। ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਸਿਲ ਪੂਜਸ ਬਗਲ ਸਮਾਦੰ, ਕਹਿੰਦੇ ਮੁਖ ਝੂਠ ਬਿਭੂਖਨ ਸਾਰੰ। ਕਹਿੰਦੇ ਝੂਠ ਕਿਵੇਂ ਬੋਲਦੇ ਹੋ? ਕਹਿੰਦੇ ਜਿਵੇਂ ਸੁਨਿਆਰਾ ਜਿਹੜਾ ਉਹ ਗਹਿਣੇ ਨੂੰ ਸਵਾਰਦਾ ਨਾ, ਉਹ
ਗਹਿਣੇ ਨੂੰ ਘੜ ਕੇ ਬੜਾ ਸੁੰਦਰ ਬਣਾ ਦਿੰਦਾ ਹੈ। ਇਸੇ ਤਰ੍ਹਾਂ ਤੁਸੀਂ ਝੂਠ ਘੜ ਕੇ ਤੇ ਸੰਸਾਰ ਦੇ ਲੀਵਾਂ ਨੂੰ ਲੁੱਟਣ ਵਾਸਤੇ ਉਹਨਾਂ ਨੂੰ ਆਪਣੇ ਝੂਠ ਦੇ ਜਾਲ ਦੇ ਵਿੱਚ ਫਸਾ ਲੈਂਦੇ। ਤੇ ਪਰ ਕਹਿੰਦੇ 3 ਵੇਲੇ ਤੁਸੀਂ ਸੰਧਿਆ ਵੀ ਕਰਦੇ, 3 ਵੇਲੇ ਪੂਜਾ ਵੀ ਕਰਨੀ ਕਰਦੇ। ਪਰ ਕਹਿੰਦੇ ਕਿ ਇਹ ਜਿੰਨੇ ਵੀ ਤੁਸੀਂ ਫੋਕਟ ਕਰਮ ਧਰਮ ਕਰਦੇ ਹੋ ਨਾ, ਇਹ ਕਿਸੇ ਵੀ ਲੇਖੇ ਦੇ ਵਿੱਚ ਨਹੀਂ। ਕਹਿੰਦੇ ਅਸਲ ਦੇ ਵਿੱਚ ਬ੍ਰਾਹਮਣ ਉਹ ਹੈ ਜਿਨੇ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ। ਤੇ ਭਗਤ ਕਬੀਰ ਜੀ ਦੱਸਦੇ ਨੇ, ਕਹਿੰਦੇ ਕਿ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਕੀ ਪੜ੍ਹੀਏ, ਉਹਨਾਂ ਨੂੰ ਕੀ ਵਿਚਾਰੀਏ, ਤੇ ਕੀ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਸੁਣੀਏ। ਜੇ ਸੁਣਨ ਦੇ ਨਾਲ, ਵਿਚਾਰਨ ਦੇ ਨਾਲ, ਪੜ੍ਹਨ ਦੇ ਨਾਲ ਮਨ ਦੇ ਵਿੱਚ ਟਿਕਾ ਨਹੀਂ ਆਇਆ, ਮਨ ਦੇ ਵਿੱਚ ਸਹਿਜ ਨਹੀਂ ਆਇਆ, ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਪੜ੍ਹਨ ਦਾ ਵੀ ਕੋਈ ਲਾਭ ਨਹੀਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਪਾਵਨ ਬਚਨ ਨੇ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਕਹਿੰਦੇ ਬੜੇ ਗਿਣਤੀ ਦੇ ਪਾਠ ਕੀਤੇ। ਜਿਹੜੇ ਧਾਰਮਿਕ ਗ੍ਰੰਥ ਵੇਦ ਆਦਿਕ ਸਨ ਉਹਨਾਂ ਦੀ ਵਿਚਾਰ ਵੀ ਕਰਨੀ ਕੀਤੀ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਕਹਿੰਦੇ ਆਪਣੀ ਭੁਯੰਗਮਾ ਨਾੜੀ ਜਿਹੜੀ ਰੀੜ ਦੇ ਹੱਡੀ ਦੇ ਨਾਲ ਨਾਲ ਜਾਂਦੀ ਏ ਉਹਨੂੰ ਸਾਧਿਆ। ਉਹਨੂੰ ਸਾਧ ਕੇ ਤੇ ਕੀ ਕੀਤਾ, ਆਪਣੇ ਸਵਾਸਾਂ ਨੂੰ 10ਵੇਂ ਦਵਾਰ ਦੇ ਵਿੱਚ ਚੜਾ ਕੇ ਬੈਠ ਗਿਆ। ਸਤਿਗੁਰੂ ਜੀ ਦੱਸਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਪਰ ਕਹਿੰਦੇ 5 ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ। ਕਹਿੰਦੇ ਜੋ ਕੁਛ ਪ੍ਰਾਪਤ ਕਰਨਾ ਸੀ, ਵਿਕਾਰਾਂ ਤੋਂ ਛੁਟਕਾਰਾ ਪਾਉਣਾ ਸੀ, ਇਹਨਾਂ ਵਿਕਾਰਾਂ ਤੋਂ ਬਚਣਾ ਸੀ, ਕਹਿੰਦੇ ਉਹ ਵਿਕਾਰ ਤੇ ਅੰਦਰੋਂ ਗਏ ਨਾ, ਸਗੋਂ ਉਲਟਾ ਹੋਰ ਹੰਕਾਰੀ ਬਣ ਗਿਆ ਕਿ ਮੇਰੇ ਵਰਗਾ ਤੇ ਧਰਮੀ ਸੰਸਾਰ ਦੇ ਵਿੱਚ ਕੋਈ ਨਹੀਂ। ਜਿੰਨਾ ਮੈਂ ਧਰਮੀ ਆ, ਜਿੰਨੇ ਮੈਂ ਕਰਮ ਕਮਾਉਂਦਾ, ਚੰਗੇ ਭਲੇ ਕੰਮ ਕਰਦਾ, ਇਹੋ ਜਿਹੇ ਤੇ ਕਰਮ ਧਰਮ ਕੋ ਕਰਦੇ ਨਹੀਂ ਹੋਣਾ। ਸਤਿਗੁਰੂ ਜੀ ਕਹਿੰਦੇ ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ, ਇਹਦੀ ਪਾਠ ਪੂਜਾ ਕਰਕੇ ਜੀਵ ਨੂੰ ਟਿਕਾ ਦੇ ਵਿੱਚ ਆ ਜਾਣਾ ਚਾਹੀਦਾ ਸੀ, ਸਹਿਜ ਅੰਦਰ ਆ ਜਾਣਾ ਚਾਹੀਦਾ ਸੀ, ਇਹਦੀ ਭਟਕਣਾ ਖਤਮ ਹੋ ਜਾਣੀ ਚਾਹੀਦੀ ਸੀ। ਪਰ ਕਹਿੰਦੇ ਇਹਨੇ ਉਲਟ ਕਰਨਾ ਕੀਤਾ, ਇਹ ਤੇ ਉਲਟਾ ਹੰਕਾਰੀ ਬਣ ਗਿਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਸ ਵੇਲੇ ਕਸ਼ਮੀਰ ਦੇ ਵਿੱਚ ਗਏ, ਤੇ ਕਸ਼ਮੀਰ ਦੇ ਵਿੱਚ ਜਿਹੜੇ ਪੰਡਤ ਲੋਕ ਸਨ ਇਹਨਾਂ ਦਾ ਬਹੁਤ ਬੋਲਬਾਲਾ ਸੀ। ਇੱਥੇ ਇੱਕ ਚਤੁਰਦਾਸ ਨਾਮ ਦਾ ਪੰਡਤ ਸੀ ਜਿਹੜਾ ਬਹੁਤ ਸਾਰੀ ਵਿੱਦਿਆ ਹਾਸਲ ਕਰਕੇ, ਬਹੁਤ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਕੇ ਥਾਂ ਥਾਂ ਦੇ ਉੱਤੇ ਵਿਚਰਦਾ, ਤੇ ਜਿਹੜੇ ਸੰਸਾਰਕ ਲੋਕ ਸਨ ਉਹਨਾਂ ਦੇ ਨਾਲੇ ਚਰਚਾ ਵੀ ਕਰਦਾ। ਜੇ ਕੋਈ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਤੇ ਉਹਦੇ ਨਾਲ ਵੀ ਇਹ ਚਰਚਾ ਕਰਿਆ ਕਰਦਾ। ਜੇ ਕਿਸੇ ਨੇ ਕੋਈ ਧਾਰਮਿਕ ਗ੍ਰੰਥ ਰੱਖੇ ਹੁੰਦੇ ਤੇ ਉਹ ਸੰਸਾਰਕ ਜੀਵਾਂ ਨੂੰ ਉਹਦਾ ਉਪਦੇਸ਼ ਦਿੰਦਾ ਤੇ ਉਹਦੇ ਨਾਲ ਵੀ ਆ ਕੇ ਉਹ ਚਰਚਾ ਕਰਿਆ ਕਰਦਾ। ਪਰ ਚਤੁਰਦਾਸ ਕੀ ਕਰਦਾ ਸੀ, ਕਹਿੰਦੇ ਇੱਕ ਸ਼ਰਤ ਰੱਖਦਾ ਸੀ ਕਿ ਜੇ ਮੈਂ ਜਿੱਤ ਗਿਆ ਨਾ, ਤੇ ਜਿਹੜੇ ਤੇਰੇ ਕੋਲ ਧਾਰਮਿਕ ਗ੍ਰੰਥ ਨੇ ਉਹ ਸਾਰੇ ਦੇ ਸਾਰੇ ਮੈਂ ਖੋਹ ਲਵਾਂਗਾ। ਪਰ ਜੇ ਤੂੰ ਜਿੱਤ ਗਿਆ ਨਾ, ਜਿੰਨੇ ਮੇਰੇ ਕੋਲ ਧਾਰਮਿਕ ਗ੍ਰੰਥ ਨੇ ਮੈਂ ਸਾਰੇ ਦੇ ਸਾਰੇ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਤੈਨੂੰ ਦੇ ਦੇਵਾਂਗਾ। ਇਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਨਾਲ ਚਰਚਾ ਕਰਦਾ ਸੀ, ਤੇ ਗਿਆਨ ਇਹਨੂੰ ਕਾਫੀ ਪ੍ਰਾਪਤ ਸੀ, ਜਿਹਦੇ ਕਾਰਨ ਕਰਕੇ ਇਹ ਜਿੱਤ ਜਾਂਦਾ ਤੇ ਧਾਰਮਿਕ ਗ੍ਰੰਥ ਤੋਂ ਖੋਹ ਲੈਂਦਾ ਜਿਹੜਾ ਇਹਦੇ ਸਾਹਮਣੇ ਇਹਦੇ ਨਾਲ ਚਰਚਾ ਕਰਦਾ। ਤੇ ਇਹਨੇ ਕਹਿੰਦੇ ਊਂਠ ਤੇ ਗੱਡਿਆਂ ਦੇ ਉੱਤੇ ਧਾਰਮਿਕ ਗ੍ਰੰਥ ਲੱਦੇ ਸਨ। ਇੱਕ ਥਾਂ ਤੇ ਦੂਜੀ ਥਾਂ ਤੇ ਜਾਂਦਾ ਤੇ ਨਾਲ ਉਸੇ ਤਰ੍ਹਾਂ ਉਹ ਧਾਰਮਿਕ ਗ੍ਰੰਥ ਲੱਦ ਕੇ ਵੀ ਨਾਲ ਲਿਜਾਇਆ ਕਰਦਾ ਸੀ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਗਏ ਨਾ, ਤੇ ਉੱਥੇ ਜਾ ਕੇ ਸਤਿਗੁਰੂ ਜੀ ਨੇ ਜਦੋਂ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਕਿ ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੇ ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਸਨ। ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਉਪਦੇਸ਼ ਸੁਣ ਲੈਂਦਾ ਸੀ ਨਾ, ਸਤਿਗੁਰੂ ਜੀ ਇਹੋ ਜੀ ਕਿਰਪਾ ਕਰਦੇ ਸਨ, ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਬਣ ਜਾਂਦਾ ਸੀ।
ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਕੋਲ ਸੰਗਤਾਂ ਬਹੁਤ ਗਿਣਤੀ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਦੋਂ ਸੰਗਤਾਂ ਬਹੁਤ ਗਿਣਤੀ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ ਨਾ, ਇਹਨੂੰ ਚਤੁਰਦਾਸ ਨੂੰ ਫਿਕਰ ਲੱਗ ਗਿਆ ਕਿਤੇ ਇਹ ਨਾ ਹੋਵੇ ਇਹਨਾਂ ਦੀ ਪੂਜਾ ਹੋਣੀ ਸ਼ੁਰੂ ਹੋ ਜਾਵੇ ਤੇ ਮੇਰੀ ਪੂਜਾ ਬੰਦ ਹੋ ਜਾਵੇ। ਸੋਚਿਆ ਕਿ ਮੈਂ ਇਹਨਾਂ ਦੇ ਨਾਲ ਵੀ ਜਾ ਕੇ ਚਰਚਾ ਕਰਦਾ, ਤੇ ਜਦੋਂ ਚਰਚਾ ਦੇ ਵਿੱਚੋਂ ਜਿੱਤ ਜਾਵਾਂਗਾ ਤੇ ਉਸ ਵੇਲੇ ਫਿਰ ਸੰਸਾਰ ਦੇ ਲੋਕ ਮੈਨੂੰ ਵੱਡਾ ਸਮਝਣਾ ਕਰਨਗੇ। ਇਹ ਕਹਿੰਦੇ ਫਿਰ ਉਸ ਵੇਲੇ ਨਾ ਚਤੁਰਦਾਸ ਪੰਡਤ ਜਿਹੜਾ ਸੀ, ਇਹਨੇ ਧਾਰਮਿਕ ਗ੍ਰੰਥ ਜਿਹੜੇ ਸਨ ਊਠਾਂ ਤੇ ਗੱਦਿਆਂ ਤੇ ਲੱਦੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਕੋਲ ਆ ਗਿਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਕਹਿਣ ਲੱਗਿਆ ਕਿ ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ। ਕਹਿਣ ਲੱਗਿਆ ਕਿ ਇੱਕ ਸ਼ਰਤ ਦੇ ਉੱਤੇ ਮੈਂ ਚਰਚਾ ਕਰਦਾ, ਜਿੰਨੇ ਵੀ ਤੁਹਾਡੇ ਕੋਲ ਧਾਰਮਿਕ ਗ੍ਰੰਥ ਨੇ ਜੇ ਮੈਂ ਜਿੱਤ ਗਿਆ ਤੇ ਖੋਹ ਲਵਾਂਗਾ, ਤੇ ਜੇ ਮੈਂ ਹਾਰ ਗਿਆ ਨਾ ਚਰਚਾ ਦੇ ਵਿੱਚ, ਜਿੰਨੇ ਮੈਂ ਧਾਰਮਿਕ ਗ੍ਰੰਥ ਇਕੱਠੇ ਕਰੀ ਫਿਰਦਾ ਇਹ ਸਾਰੇ ਦੇ ਸਾਰੇ ਤੁਹਾਨੂੰ ਦੇ ਦੇਵਾਂਗਾ। ਬੜਾ ਹੰਕਾਰੀ ਸੀ, ਇਹਦੇ ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਸੀ ਕਿ ਮੇਰੇ ਜਿੰਨੀ ਵਿਦਿਆ ਕਿਸੇ ਨੇ ਨਹੀਂ ਪੜ੍ਹੀ, ਮੇਰੇ ਜਿੰਨਾ ਧਾਰਮਿਕ ਗ੍ਰੰਥਾਂ ਦਾ ਗਿਆਨ ਜਿਹੜਾ ਉਹ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਇਸ ਗੱਲ ਦਾ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਸੀ ਚਤੁਰਦਾਸ ਪੰਡਤ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇਹਨੂੰ ਸਮਝਾਉਣ ਦੇ ਲਈ ਨਾ ਆਸਾ ਦੀ ਵਾਰ ਦਾ 9ਵਾਂ ਸ਼ਲੋਕ ਜਿਹੜਾ ਸੀ ਉਚਾਰਨ ਕਰਨਾ ਕੀਤਾ। ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਪਰ ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਚਾਖ। ਕਹਿੰਦੇ ਜਿੰਨੀਆਂ ਵੀ ਇਹ ਕੰਮ ਕਰਦੇ ਨਾ, ਜਿੰਨੇ ਵੀ ਧਰਮ ਗ੍ਰੰਥ ਪੜ੍ਹਦੇ, ਧਰਮ ਗ੍ਰੰਥਾਂ ਨੂੰ ਵਿਚਾਰਦੇ, ਜੇ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਜੇ ਮਨ ਦੇ ਵਿੱਚ ਟਿਕਾ ਨਹੀਂ ਆਇਆ, ਮਨ ਦੇ ਵਿੱਚ ਸਹਿਜ ਨਹੀਂ ਆਇਆ, ਤੇ ਹਉਮੈ ਵਿੱਚ ਚੱਖਾ ਮਾਰਨ ਦੀ ਨਿਆਈ ਹੈ ਜੋ ਕੁਛ ਤੋਂ ਇਹ ਕਰਮ ਧਰਮ ਕਰਨਾ ਕਰਦਾ। ਸਤਿਗੁਰੂ ਜੀ ਨੇ ਇਹ ਵੀ ਗੱਲ ਸਮਝਾ ਦਿੱਤੀ ਕਿ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਕਹਿੰਦੇ ਕੋਈ ਸੋਚੇ ਨਾ ਮੈਂ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂਗਾ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਜਿੰਨਾ ਚਿਰ ਉਹਨਾਂ ਦੇ ਉਪਦੇਸ਼ ਦਾ ਧਾਰਨੀ ਨਹੀਂ ਨਾ ਬਣਦਾ, ਉਹ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾ ਲੈਂਦਾ ਕਿ ਗੁਰੂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਚਿਰ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਨਾ, ਤੇ ਚਤੁਰਦਾਸ ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ। ਸਤਿਗੁਰੂ ਜੀ ਨੇ ਪੁੱਛਿਆ ਕਿ ਉਹ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਜਿਹਨੂੰ ਪ੍ਰਾਪਤ ਕਰਨ ਵਾਸਤੇ ਆਇਆ ਉਹਦੇ ਤੋਂ ਤੇ ਕਈ ਕੋਹਾਂ ਦੀ ਦੂਰੀ ਤੇ ਫਿਰਦਾ, ਤੇ ਧਾਰਮਿਕ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਕੇ ਬੜਾ ਹੰਕਾਰੀ ਬਣਿਆ ਫਿਰਦਾ। ਇਹ ਹੰਕਾਰ ਦੇ ਵਿੱਚ ਮੌਤ ਹੋ ਗਈ ਤੇ ਥਾਂ ਥਾਂ ਦੇ ਉੱਤੇ ਭਟਕਦਾ ਫਿਰੇਗਾ, ਤੇਰੀ ਗਤੀ ਨਹੀਂ ਹੋਣੀ, ਤੇਰੀ ਕਲਿਆਣ ਨਹੀਂ ਹੋਣੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਉਪਦੇਸ਼ ਸੁਣ ਕੇ ਨਾ ਇਹ ਜਿਹੜਾ ਚਤੁਰਦਾਸ ਸੀ, ਕਹਿੰਦੇ ਉਸ ਵੇਲੇ ਇਹ ਧਾਰਮਿਕ ਗ੍ਰੰਥ ਸਾਰੇ ਇਹਨੇ ਬਿਆਸ ਦਰਿਆ ਦੇ ਵਿੱਚ ਸੁੱਟਣੇ ਕੀਤੇ, ਜਲ ਪ੍ਰਵਾਹ ਕਰ ਦਿੱਤੇ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਬਣ ਗਿਆ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਪਾਠ ਪੜ੍ਹਿਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਕਹਿੰਦੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕਰਨੀ ਕੀਤੀ। ਨਿਵਲ ਭਯੰਗਮ ਸਾਧੇ, ਕਹਿੰਦੇ ਆਪਣੇ ਸਵਾਸ ਵੀ 10ਵੇਂ ਦਵਾਰ ਦੇ ਵਿੱਚ ਚੜਾ ਲਏ। ਪਰ ਕਹਿੰਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਦੇ। ਕਹਿੰਦੇ 5 ਵਿਕਾਰਾਂ ਤੋਂ ਬਚ ਨਾ ਸਕਿਆ, ਸਗੋਂ ਕੀ ਹੋਇਆ, ਕਹਿੰਦੇ ਉਲਟਾ ਹੰਕਾਰੀ ਬਣ ਗਿਆ। पंच जना से संग न टुटक्यो अधिक अहम बुद्ध बाधे। कहते प्यारे इन बिद मिल न जाई मैं किए कर्म अनेका, हार परियो स्वामी के द्वारे दीजे बुद्ध विवेका। कहते इन्हां तरीकिਆਂ ਦੇ ਨਾਲ ना कदे किसी ने परमात्मा ਨੂੰ पाया ते सतगुरु जी कहते कोई ना कदी परमात्मा तक पहुँच सकता है, ਉਹਦੀ प्राप्ति कर सकती, भावें कोई अनेका ही ਇਹੋ ਜਿਹੇ कर्म धर्म करी जावे जिन्ना चਿਰ ਉਹਦੀ शरण ਦੇ ਵਿੱਚ ਢਹਿ नहीं पैंदा, डिग नहीं जाता कि कृपा करके मैनूं विवेक बुद्ध
ਬੁੱਧੀ ਬਖਸ਼ਣੀ ਕਰੋ। ਕਹਿੰਦੇ ਉਹਨਾਂ ਚਿਰ ਇਹਦੀ ਕਲਿਆਣ ਨਹੀਂ ਹੁੰਦੀ, ਉਹਨਾਂ ਚਿਰ ਇਹ ਸੰਸਾਰ ਸਾਗਰ ਤੋਂ ਪਾਰ ਨਹੀਂ ਹੁੰਦਾ। ਪਰ ਜਿੰਨੀ ਮਰਜ਼ੀ ਵਿਦਿਆ ਪੜ੍ਹ ਲਵੇ, ਜਿੰਨਾ ਮਰਜ਼ੀ ਵਿਦਿਆ ਪੜ੍ਹ ਕੇ ਹੰਕਾਰੀ ਬਣ ਜਾਵੇ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਹਿੰਦੇ ਫਿਰ ਕੀ ਪੜ੍ਹੀਏ ਤੇ ਕੀ ਵਿਚਾਰੀਏ। ਕਹਿੰਦੇ ਕਿ ਇਹ ਜਿਹੜੇ ਧਾਰਮਿਕ ਗ੍ਰੰਥ ਨੇ, ਵੇਦ ਪੁਰਾਣ ਆਦਿਕ, ਇਹਨਾਂ ਨੂੰ ਸੁਣੀਏ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਤਿਗੁਰੂ ਜੀ ਕਹਿੰਦੇ ਜੇ ਇਸੇ ਤਰ੍ਹਾਂ ਗਿਣਤੀ ਦੇ ਪਾਠ ਪੂਜਾ ਕੀਤੀਆਂ ਤੇ ਇਹਨਾਂ ਨੂੰ ਪੜ੍ਹਨ ਦਾ, ਇਹਨਾਂ ਨੂੰ ਵਿਚਾਰਨ ਦਾ, ਇਹਨਾਂ ਨੂੰ ਸੁਣਨ ਦਾ ਕੀ ਲਾਭ ਪ੍ਰਾਪਤ ਹੋਇਆ ਜੇ ਮਨ ਦੇ ਵਿੱਚ ਟਿਕਾ ਹੀ ਨਾ ਆਇਆ, ਮਨ ਦੇ ਵਿੱਚ ਸਹਿਜ ਹੀ ਨਾ ਆਇਆ। ਭਗਤ ਜੀ ਦੱਸਦੇ ਨੇ ਕਿ ਧਾਰਮਿਕ ਗ੍ਰੰਥ ਇਸ ਵਾਸਤੇ ਪੜ੍ਹੇ ਜਾਂਦੇ ਨੇ, ਧਾਰਮਿਕ ਗ੍ਰੰਥਾਂ ਦੀ ਇਸ ਵਾਸਤੇ ਵਿਚਾਰ ਕੀਤੀ ਜਾਂਦੀ ਏ, ਤੇ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਇਸ ਵਾਸਤੇ ਸੁਣਿਆ ਜਾਂਦਾ ਹੈ ਕਿ ਇਹਨਾਂ ਨੂੰ ਪੜ੍ਹਨ ਦੇ ਨਾਲ, ਇਹਨਾਂ ਨੂੰ ਸੁਣਨ ਦੇ ਨਾਲ, ਇਹਨਾਂ ਨੂੰ ਵਿਚਾਰਨ ਦੇ ਨਾਲ ਮਨ ਟਿਕ ਜਾਵੇ, ਮਨ ਦੇ ਅੰਦਰ ਸਹਿਜ ਆ ਜਾਵੇ, ਮਨ ਦੇ ਅੰਦਰ ਟਿਕਾ ਆ ਜਾਵੇ। ਕਹਿੰਦੇ ਇਸ ਵਾਸਤੇ ਇਹ ਸਾਰੇ ਕਰਮ ਧਰਮ ਕੀਤੇ ਜਾਂਦੇ ਨੇ। ਪਰ ਕਹਿੰਦੇ ਜੇ ਇਹ ਕਰਮ ਧਰਮ ਕੀਤੇ, ਧਰਮ ਗ੍ਰੰਥਾਂ ਨੂੰ ਪੜ੍ਹਿਆ, ਵਿਚਾਰਿਆ, ਤੇ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਇਹਨਾਂ ਦੇ ਉਪਦੇਸ਼ ਨੂੰ ਸੁਣਿਆ ਵੀ, ਪਰ ਕਹਿੰਦੇ ਜੇ ਅੰਦਰ ਸਹਿਜ ਹੀ ਨਾ ਆਇਆ, ਅੰਦਰ ਟਿਕਾ ਹੀ ਨਾ ਆਇਆ, ਤੇ ਕਹਿੰਦੇ ਇਹਨਾਂ ਨੂੰ ਪੜ੍ਹਨ ਦਾ ਵੀ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਜੀ ਕਹਿੰਦੇ ਜੇ ਪੜ੍ਹਦਾ ਨਾ, ਜਾਂ ਧਾਰਮਿਕ ਗ੍ਰੰਥਾਂ ਨੂੰ ਵਿਚਾਰਦਾ ਜਾਂ ਸੁਣਦਾ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੇਰੇ ਅੰਦਰ ਸਹਿਜ ਆ ਜਾਣਾ ਚਾਹੀਦਾ, ਤੇਰੀ ਭਟਕਣਾ ਖਤਮ ਹੋ ਜਾਣੀ ਚਾਹੀਦੀ, ਤੇਰਾ ਟਿਕਾ ਤੇਰੇ ਅੰਦਰ ਆ ਜਾਣਾ ਚਾਹੀਦਾ। ਫਿਰ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਇਹਨਾਂ ਨੂੰ ਸੁਣਨ ਦਾ ਤੇ ਇਹਨਾਂ ਨੂੰ ਵਿਚਾਰਨ ਦਾ ਲਾਭ ਤਾਂ ਹੈ ਜੇ ਮਨ ਟਿਕਾ ਦੇ ਵਿੱਚ ਆ ਗਿਆ, ਤਤ ਵਸਤੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਗਈ। ਫਿਰ ਭਗਤ ਕਬੀਰ ਜੀ ਸਮਝਾਉਂਦੇ ਨੇ, ਕਹਿੰਦੇ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਪੜ੍ਹਨ ਤੇ ਸੁਣਨ ਦੇ ਨਾਲ ਕੀ ਹੋਵੇਗਾ ਜੇ ਅੰਦਰ ਸਹਿਜ ਹੀ ਨਾ ਆਇਆ, ਅੰਦਰ ਟਿਕਾ ਹੀ ਨਾ ਆਇਆ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਭਗਤ ਕਬੀਰ ਜੀ ਕਹਿੰਦੇ ਕਿ ਹੈ ਮੂਰਖ, ਹੈ ਅਗਿਆਨੀ। ਕਹਿੰਦੇ ਜਿਹੜਾ ਕੰਮ ਕਰਨਾ ਸੀ ਸੰਸਾਰ ਦੇ ਵਿੱਚ ਆ ਕੇ, ਉਹ ਤੂੰ ਨਹੀਂ ਕੀਤਾ। ਪਰਮੇਸ਼ਰ ਦਾ ਨਾਮ ਤੂੰ ਜਪਣ ਵਾਸਤੇ ਆਇਆ ਸੀ ਸੰਸਾਰ ਦੇ ਵਿੱਚ। ਕਿਉਂ ਸਤਿਗੁਰੂ ਜੀ ਵੀ ਪਾਵਨ ਬਾਣੀ ਦੇ ਵਿੱਚ ਥਾਂ ਥਾਂ ਤੇ ਸਾਨੂੰ ਇਹ ਗੱਲ ਸਮਝਾਉਣੀ ਕੀਤੀ ਹੈ। ਸਤਿਗੁਰੂ ਜੀ ਨੇ ਇਹ ਗੱਲ ਸਾਨੂੰ ਇਹ ਸਮਝਾਈ, ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੀਵ ਤੂੰ ਕਿਸ ਵਾਸਤੇ ਸੰਸਾਰ ਦੇ ਵਿੱਚ ਆਇਆ। ਸਤਿਗੁਰੂ ਜੀ ਸਮਝਾਉਂਦੇ ਨੇ, ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਨੀ। ਕਹਿੰਦੇ ਆਇਆ ਸੀ ਬਾਣੀ ਪੜਨ ਵਾਸਤੇ, ਬਾਣੀ ਨੂੰ ਵਿਚਾਰਨ ਵਾਸਤੇ, ਉਹਨੂੰ ਸੁਣਨ ਵਾਸਤੇ ਸੰਸਾਰ ਦੇ ਵਿੱਚ ਆਇਆ ਸੀ। ਪਰ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਿਹੜਾ ਸੀ ਉਹਨੂੰ ਭੁੱਲ ਗਿਆ। ਸਤਿਗੁਰੂ ਜੀ ਸਮਝਾਉਂਦੇ ਨੇ, ਭਗਤ ਕਬੀਰ ਜੀ ਵੀ ਦੱਸਦੇ ਨੇ ਕਿ ਹਰ ਕਾ ਨਾਮ ਨਾ ਜਪਸ ਗਵਾਰਾ। ਕਹਿੰਦੇ ਹੈ ਗਵਾਰ ਮਨੁੱਖ, ਕਹਿੰਦੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਪਰ ਜਪਣ ਲੱਗਿਆ ਸੋਚਾਂ ਸੋਚਦਾ। ਕਿਆ ਸੋਚਾਂ ਬਾਰੰਬਾਰ। ਕਹਿੰਦੇ ਕੀ ਸੋਚਦਾ ਕਿ ਕਦੋਂ ਜਪਣਾ ਕਰਾਂਗਾ। ਭਗਤ ਭੀਖਨ ਜੀ ਤੇ ਦੱਸਦੇ ਨੇ ਕਿ ਜਿਸ ਵੇਲੇ ਤੂੰ ਸੋਚਦਾ ਨਾ ਕਿ ਮੈਂ ਬਜ਼ੁਰਗ ਹੋ ਗਿਆ ਤੇ ਜਪ ਲਵਾਂਗਾ। ਕਿਉਂ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਦੱਸਿਆ ਕਿ ਕੁਛ ਉਮਰ ਜਿਹੜੀ ਬਾਲਪਨ ਦੇ ਵਿੱਚ ਬਤੀਤ ਹੋ ਜਾਂਦੀ ਹੈ। 12 ਬਰਸ ਬਾਲਪਨ ਬੀਜੇ, 20 ਬਰਸ ਕਸਤਪ ਨਾ ਕੀਓ। ਕਹਿੰਦੇ 20 ਸਾਲਾਂ ਤੱਕ ਕੋਈ ਪੂਜਾ ਨਹੀਂ ਕਰਦਾ, ਕੋਈ ਪਾਠ ਨਹੀਂ ਕਰਦਾ। 30 ਬਰਸ ਕਸਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਏ। ਕਹਿੰਦੇ 30 ਸਾਲਾਂ ਤੱਕ ਵੀ ਕੋਈ ਦੇਵਤੇ ਦੀ ਪੂਜਾ ਨਹੀਂ ਕੀਤੀ, ਕੋਈ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜੋ ਕੁਛ ਕਰਨ ਵਾਸਤੇ ਆਇਆ ਸੀ ਨਹੀਂ ਆਇਆ। ਕਹਿੰਦੇ ਫਿਰ ਕੀ ਕਰੇਗਾ, ਪਛਤਾਵਾ ਤੇਰੇ ਪੱਲੇ ਰਹਿ ਜਾਵੇਗਾ ਜਦੋਂ ਤੂੰ ਬਜ਼ੁਰਗ ਹੋ ਗਿਆ। ਤੇ ਭਗਤ ਭੀਖਨ ਜੀ ਦੱਸਦੇ ਨੇ, ਕਹਿੰਦੇ ਕਿ ਮਨੁੱਖ ਦੀ ਹਾਲਤ ਇਹੋ ਜਿਹੀ ਹੈ ਕਿ ਮਨੁੱਖ ਸੋਚਦਾ ਹੈ ਕਿ ਮੈਂ ਜਦੋਂ ਬਜ਼ੁਰਗ ਹੋਵਾਂਗਾ ਨਾ, ਉਸ ਵੇਲੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵਾਂਗਾ, ਜਵਾਨੀ ਦੇ ਸੁੱਖ ਵੀ ਪ੍ਰਾਪਤ ਕਰ ਲਵਾਂ, ਬਚਪਨ ਜਿਹੜਾ ਉਹ ਵੀ ਬਤੀਤ ਹੋ ਗਿਆ, ਤੇ ਜਦੋਂ ਮੈਂ ਬਜ਼ੁਰਗ ਹੋਵਾਂਗਾ, ਵਿਹਲਾ ਹੋ ਜਾਵਾਂਗਾ, ਤੇ ਫਿਰ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦੇਵਾਂਗਾ। ਪਰ ਭਗਤ ਭੀਖਨ ਜੀ ਦੱਸਦੇ ਨੇ, ਕਹਿੰਦੇ ਬਜ਼ੁਰਗੀ ਦਾ ਦੁੱਖ ਜਿਹੜਾ ਨਾ ਉਹ ਬੜਾ ਵੱਡਾ ਹੈ। ਇਹੋ ਜਿਹਾ ਦੁੱਖ ਹੈ ਬਜ਼ੁਰਗੀ ਦਾ, ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ।
ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ, ਸਰੀਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ। ਕਿਉਂ? ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਬਚਨ ਦੱਸਦੇ ਨੇ, ਭਗਤ ਕਬੀਰ ਜੀ ਵੀ ਸਮਝਾਉਂਦੇ ਨੇ ਕਿ ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਕਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾਕਾ। ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੁਝੈ। ਕਹਿੰਦੇ ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਨਾ, ਉਹਨਾਂ ਚਿਰ ਜੀਵ ਆਪਣੇ ਆਪ ਦੀ ਪਹਿਚਾਨ ਕਰਨ ਦੇ ਯਤਨ ਨਹੀਂ ਕਰਦਾ ਕਿ ਮੈਂ ਆਪਣੇ ਆਪ ਦੀ ਪਹਿਚਾਨ ਕਰ ਲਵਾਂ। ਉਹਨਾਂ ਚਿਰ ਇਹ ਨਹੀਂ ਸੋਚਦਾ ਕਿ ਮੈਂ ਕਿਸ ਵਾਸਤੇ ਆਇਆ। ਕੁਝ ਸਮਾਂ ਤੇ ਮੈਂ ਬੰਦਗੀ ਕਰ ਲਵਾਂ, ਕੁਝ ਸਮਾਂ ਤੇ ਪਰਮੇਸ਼ਰ ਦਾ ਨਾਮ ਜਪਣ ਲਈ ਕੱਢ ਲਵਾਂ। ਕਹਿੰਦੇ ਇਹਦੇ ਬਾਰੇ ਨਹੀਂ ਸੋਚਦਾ। ਤੇ ਭਗਤ ਭੀਖਣ ਜੀ ਦੱਸਦੇ ਨੇ ਕਿ ਨੈਣੋ ਨੀਰ ਬਹਿ ਤਨ ਖੀਨਾ। ਕਹਿੰਦੇ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ। ਪਏ ਕੇਸ ਦੁਦਵਾਨੀ, ਕਹਿੰਦੇ ਜਿਹੜੇ ਕੇਸਾਂ ਦਾ ਰੰਗ ਕਾਲਾ ਸੀ ਨਾ, ਇਹ ਵੀ ਸਫੈਦ ਹੋਣਾ ਸ਼ੁਰੂ ਹੋ ਜਾਂਦਾ ਹੈ। ਰੂਹ ਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਜਦੋਂ ਬਜ਼ੁਰਗ ਹੋ ਗਿਆ ਨਾ, ਗਲੇ ਦੇ ਵਿੱਚੋਂ ਬੋਲ ਵੀ ਨਹੀਂ ਨਿਕਲਣੇ, ਉਦੋਂ ਕਿਵੇਂ ਬੰਦਗੀ ਕਰੇਗਾ, ਕਿਵੇਂ ਪਰਮੇਸ਼ਰ ਦਾ ਨਾਮ ਜਪਣਾ ਕਰੇਗਾ। ਸਤਿਗੁਰੂ ਜੀ ਕਹਿੰਦੇ ਕਿ ਹੁਣ ਸਮਾਂ ਹੈ ਤੇਰਾ ਪਰਮੇਸ਼ਰ ਦਾ ਨਾਮ ਜਪਣ ਦਾ, ਇਹ ਤੇਰੀ ਅਵਸਰ, ਇਹ ਤੇਰੀ ਬਾਰ। ਘਟ ਪੀਤਰ ਤੂੰ ਦੇਖ ਵਿਚਾਰ। ਕਹਿੰਦੇ ਆਪਣੇ ਹਿਰਦੇ ਦੇ ਅੰਦਰ ਵਿਚਾਰ ਕੇ ਵੇਖਣਾ ਕਰ, ਇਹ ਸਮਾਂ ਤੈਨੂੰ ਪ੍ਰਾਪਤ ਹੋਇਆ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ। ਤੇ ਭਗਤ ਕਬੀਰ ਜੀ ਦੱਸਦੇ ਨੇ, ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਕਹਿੰਦੇ ਬਾਰ-ਬਾਰ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਕਿਉਂ ਸੋਚਾਂ ਸੋਚਦਾ। ਸਤਿਗੁਰੂ ਜੀ ਤੇ ਕਹਿੰਦੇ ਕਿ ਭਲਾ ਕੰਮ ਕਰਨ ਲੱਗਿਆ ਕਦੇ ਦੇਰੀ ਨਾ ਕਰਨਾ ਕਰ। ਕਹਿੰਦੇ ਦੇਰੀ ਨਾ ਕਰਨਾ ਕਰ, ਜੇ ਕਿਤੇ ਧਰਮ ਦਾ ਕੰਮ ਕਰਦਾ, ਭਲਾ ਕੰਮ ਕਰਦਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਨਹਿ ਬਿਲੰਬ ਧਰਮੰ। ਕਹਿੰਦੇ ਜੇ ਕਿਤੇ ਪਾਪ ਕਰਨਾ ਹੈ ਤੇ ਉਹਦੇ ਬਾਰੇ ਸੋਚਣਾ ਕਰ, ਸੋਚ ਕੇ ਕਰਨਾ ਕਰ। ਪਰ ਕਹਿੰਦੇ ਜੇ ਕਿਤੇ ਨਾਮ ਜਪਣ ਦਾ ਜਾਂ ਕੋਈ ਧਰਮ ਦਾ ਕੰਮ ਕਰਨਾ ਚਾਹੁੰਦਾ ਨਾ, ਉਹਦੇ ਬਾਰੇ ਦੇਰੀ ਨਾ ਕਰਨਾ ਕਰ, ਦੁਬਾਰੇ ਸੋਚਣਾ ਨਾ ਕਰ। ਪਰ ਕਹਿੰਦੇ ਕਿ ਮਨੁੱਖ ਤੂੰ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਬਾਰ-ਬਾਰ ਸੋਚਦਾ ਕਿ ਜਪਾਂ ਕਿ ਨਾ ਜਪਾਂ, ਕੱਲ ਤੋਂ ਸ਼ੁਰੂ ਕਰ ਦੇਵਾਂਗਾ, ਪਰਸੋਂ ਤੋਂ ਸ਼ੁਰੂ ਕਰ ਦੇਵਾਂਗਾ। ਅੰਮ੍ਰਿਤ ਵੇਲੇ ਉੱਠਦਾ, ਉੱਠ ਕੇ ਫਿਰ ਸੌਂ ਜਾਂਦਾ, ਕੋਈ ਗੱਲ ਨਹੀਂ, ਕੱਲ ਤੋਂ ਉੱਠਣਾ ਸ਼ੁਰੂ ਕਰ ਦੇਵਾਂਗਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੱਸਦੇ ਨੇ, ਕਹਿੰਦੇ ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬਿਗਾਨੀ। ਸਤਿਗੁਰ ਸੇਵ ਖਰਚ ਹਰ ਬੰਦੋ, ਮਤ ਜਾਣੋ ਆਜ ਕੇ ਕੱਲ। ਕਹਿੰਦੇ ਪਤਾ ਨਹੀਂ ਅੱਜ ਸੰਸਾਰ ਦੇ ਵਿੱਚੋਂ ਚਲੇ ਜਾਣਾ, ਪਤਾ ਨਹੀਂ ਕੱਲ ਆਉਣੀ ਹੈ ਕਿ ਨਹੀਂ ਆਉਣੀ, ਕਿ ਕੱਲ ਨੂੰ ਸੰਸਾਰ ਦੇ ਵਿੱਚੋਂ ਚਲੇ ਜਾਣਾ। ਕਹਿੰਦੇ ਇਹਦੇ ਬਾਰੇ ਕੁਝ ਪਤਾ ਨਹੀਂ, ਇਹਦੇ ਸਰੀਰ ਦੇ ਵਿੱਚੋਂ ਸਵਾਸ ਕਦੋਂ ਨਿਕਲ ਜਾਣੇ ਨੇ, ਕਦੋਂ ਇਹ ਜਿਹੜੀ ਸਵਾਸਾਂ ਦੀ ਗੰਢ ਨਾਭੀ ਦੇ ਵਿੱਚ ਕਦੋਂ ਖੁੱਲ ਜਾਣੀ ਹੈ, ਕਦੋਂ ਇਹ ਸਰੀਰ ਨੇ ਮਿੱਟੀ ਬਣ ਜਾਣਾ ਹੈ। ਕਹਿੰਦੇ ਫਿਰ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਕਿਉਂ ਦੇਰੀ ਕਰਨੀ ਕਰਦੇ। ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵਿਓ ਵੇਗ ਬਿਗਾਲੀ। ਕਹਿੰਦੇ ਛੇਤੀ ਨਾਲ ਨਾਮ ਰੂਪੀ ਧਨ ਇਕੱਠਾ ਕਰਨਾ ਕਰ, ਛੇਤੀ ਨਾਲ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨੀ ਕਰ। ਕਹਿੰਦੇ ਪਤਾ ਨਹੀਂ ਅੱਜ ਸੰਸਾਰ ਦੇ ਵਿੱਚ ਹੈ ਕਿ ਨਹੀਂ, ਪਤਾ ਨਹੀਂ ਕੱਲ ਆਉਣੀ ਹੈ ਕਿ ਨਹੀਂ ਆਉਣੀ। ਕਿਉਂ? ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਪੁੱਛਿਆ ਸੀ, ਕਹਿਣ ਲੱਗੇ ਮਰਦਾਨਿਆ, ਤੈਨੂੰ ਤੇਰੀ ਜ਼ਿੰਦਗੀ ਦੇ ਉੱਤੇ ਕਿੰਨਾ ਕੁ ਭਰੋਸਾ ਹੈ? ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਭਾਈ ਮਰਦਾਨੇ ਨੂੰ ਪੁੱਛਦੇ ਨੇ, ਮਰਦਾਨਿਆ ਤੈਨੂੰ ਕਿੰਨਾ ਕੁ ਵਿਸ਼ਵਾਸ ਹੈ ਤੇਰੇ ਜੀਵਨ ਦੇ ਉੱਤੇ? ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਕਹਿਣ ਲੱਗਿਆ, ਸਤਿਗੁਰੂ ਜੀ ਪਤਾ ਨਹੀਂ ਦਿਨ ਚੜ੍ਹਿਆ, ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਸਤਿਗੁਰੂ ਜੀ ਕਹਿਣ ਲੱਗੇ ਬੜਾ ਭਰੋਸਾ ਲੈ ਕੇ ਬੈਠਾ। ਕਹਿੰਦੇ ਸਤਿਗੁਰੂ ਜੀ ਭਾਈ ਬਾਲੇ ਨੂੰ ਪੁੱਛਦੇ, ਬਾਲਿਆ ਤੈਨੂੰ ਕਿੰਨਾ ਕੁ ਤੇਰੇ ਜ਼ਿੰਦਗੀ ਦੇ ਉੱਤੇ ਭਰੋਸਾ ਹੈ? ਤੇ ਭਾਈ ਬਾਲਾ ਕਹਿਣ ਲੱਗਿਆ, ਸਤਿਗੁਰੂ ਜੀ ਸਵੇਰ ਚੜ੍ਹੀ ਹੈ, ਪਤਾ ਨਹੀਂ ਸ਼ਾਮ ਪੈਣੀ ਹੈ ਕਿ ਨਹੀਂ ਪੈਣੀ। ਸਤਿਗੁਰੂ ਜੀ ਕਹਿਣ ਲੱਗੇ ਤੂੰ ਵੀ ਬਹੁਤ ਭਰੋਸਾ ਲੈ ਕੇ ਬੈਠਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਭਾਈ ਬਾਲੇ ਤੇ ਭਾਈ ਮਰਦਾਨੇ ਨੇ ਹੱਥ ਜੋੜੇ, ਕਹਿਣ ਲੱਗੇ ਸਤਿਗੁਰੂ ਜੀ ਫਿਰ ਕਿਰਪਾ ਕਰੋ, ਅਸੀਂ ਤੇ ਅਣਜਾਣ ਤੇ ਅਲਪਗ ਜੀਵਾਂ, ਸੰਸਾਰੀ ਜੀਵਾਂ, ਕਿਰਪਾ ਕਰਕੇ ਤੁਸੀਂ ਦੱਸਣਾ ਕਰੋ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਉੱਤੇ ਤੁਹਾਡੇ ਜਿਹੜਾ ਉਹਦੇ ਉੱਤੇ ਕਿੰਨਾ ਕੁ ਭਰੋਸਾ ਹੈ, ਕਿੰਨਾ ਕੁ ਵਿਸ਼ਵਾਸ ਹੈ ਕਿ ਕਿੰਨਾ ਕੁ ਚਿਰ ਸੰਸਾਰ ਦੇ ਵਿੱਚ ਜਿਉਂਦੇ ਰਹਿ ਸਕਦੇ ਹੋ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਚਨ ਕੀਤੇ, ਹਮ ਆਦਮੀ ਹਾਂ ਇੱਕ
दमी मोहलत मोत ना जाना, नानक बिन मैं तिसै सरेवो जाके जी प्राणा। कहन लगे असी आदमी तां जे दम आउंदा ते आदमी, जे दम नहीं आया, सवास नहीं आया ते आदमी नहीं। ਕਹਿੰਦੇ ਇਸ ਕਰਕੇ ਪਰਮੇਸ਼ਰ ਦਾ ਨਾਮ ਜਪੋ, ਉਹਦੇ ਚਰਨਾਂ ਦੇ ਵਿੱਚ ਜੁੜ ਜਾਵੋ, ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਕਰੋ। ਤੇ ਭਗਤ ਕਬੀਰ ਜੀ ਕਹਿੰਦੇ ਕਿ ਮਨੁੱਖ ਤੂੰ ਕਿਉਂ ਸੋਚਦਾ ਹੈ, ਬਾਰ-ਬਾਰ ਸੋਚਾਂ ਦੇ ਵਿੱਚ ਪਿਆ ਰਹਾਓ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਨਹੀਂ ਹੈ। ਭਗਤ ਜੀ ਕਹਿੰਦੇ ਕਿ ਜਿਵੇਂ ਹਨੇਰਾ ਦੂਰ ਕਰਨ ਵਾਸਤੇ ਦੀਵੇ ਦੀ ਜ਼ਰੂਰਤ ਪੈਂਦੀ ਹੈ, ਕਿਉਂ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਦੱਸਦੇ ਨੇ ਕਿ ਦੀਵਾ ਬਲੈ ਅੰਧੇਰਾ ਜਾਏ। ਕਹਿੰਦੇ ਇਸੇ ਤਰ੍ਹਾਂ ਹੀ ਜੀਵਨ ਨੂੰ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਸਤੇ ਇੱਕ ਅਗੋਚਰ ਵਸਤੂ ਜਿਹੜੀ ਇੰਦਰੀਆਂ ਦੇ ਪਹੁੰਚ ਤੋਂ ਪਰੇ ਹੈ, ਜੋ ਪਰਮੇਸ਼ਰ ਦਾ ਨਾਮ ਹੈ, ਕਹਿੰਦੇ ਉਹਦੀ ਜ਼ਰੂਰਤ ਹੈ। ਪਰਮੇਸ਼ਰ ਦਾ ਨਾਮ ਜਪਣ ਦੀ ਜ਼ਰੂਰਤ ਹੈ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ, ਉਹ ਅਗੋਚਰ ਵਸਤੂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਪਰ ਕਹਿੰਦੇ ਜਦੋਂ ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਜਦੋਂ ਇਹ ਅਗੋਚਰ ਵਸਤੂ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਜਦੋਂ ਕੋਈ ਜੀਵ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਅਗਿਆਨਤਾ ਦਾ ਹਨੇਰਾ ਉਹਦੇ ਅੰਦਰੋਂ ਦੂਰ ਹੋ ਜਾਂਦਾ ਹੈ। ਘਟ ਦੀਪਕ ਰਿਹਾ ਸਮਾਈ, ਗੁਰੂ ਦੇ ਗਿਆਨ ਦਾ ਦੀਵਾ ਉਹਦੇ ਅੰਦਰ ਜਗ ਜਾਂਦਾ ਹੈ, ਤੇ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹਦੇ ਅੰਦਰੋਂ ਦੂਰ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਇਹ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਹੋਇਆ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਕਹੇ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਭਗਤ ਕਬੀਰ ਜੀ ਕਹਿੰਦੇ ਕਿ ਮੇਰੇ ਤੇ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਮੈਨੂੰ ਗਿਆਨ ਬਖਸ਼ ਦਿੱਤਾ, ਤੇ ਮੈਨੂੰ ਉਸ ਮਾਲਕ ਦੇ ਉੱਤੇ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ, ਮੈਨੂੰ ਸਮਝ ਪੈ ਗਈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਸ ਕਰਕੇ ਮੈਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਿਆ। ਪਰ ਕਹਿੰਦੇ ਮਨ ਮਾਨੇ ਲੋਗ ਨਾ ਭਤੀਜੈ। ਕਹਿੰਦੇ ਮੇਰਾ ਤੇ ਮਨ ਮੰਨ ਗਿਆ, ਮੈਨੂੰ ਤੇ ਵਿਸ਼ਵਾਸ ਆ ਗਿਆ ਕਿ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ, ਜਿਹਨੂੰ ਜਪਣ ਦੇ ਨਾਲ ਜੀਵ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ। ਇਹ ਅਗੋਚਰ ਵਸਤੂ ਪਰਮੇਸ਼ਰ ਦਾ ਨਾਮ ਜਦੋਂ ਪ੍ਰਾਪਤ ਜੀਵ ਕਰ ਲੈਂਦਾ ਹੈ, ਤੇ ਇਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਪਰ ਕਹਿੰਦੇ ਜਿਹੜੇ ਸੰਸਾਰਕ ਲੋਕ ਨੇ ਨਾ, ਉਹ ਭਤੀਜਦੇ ਨਹੀਂ, ਉਹਨਾਂ ਨੂੰ ਇਸ ਗੱਲ ਦੇ ਉੱਤੇ ਭਰੋਸਾ ਨਹੀਂ ਆਉਂਦਾ, ਉਹਨਾਂ ਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਆਉਂਦਾ। ਕਹਿੰਦੇ ਨਾ ਭਤੀਜੈ ਤੋ ਕਿਆ ਕੀਜੈ। ਕਹਿੰਦੇ ਫਿਰ ਮੈਂ ਕੀ ਕਰਨਾ ਕਰਾਂ ਜੇ ਉਹ ਨਹੀਂ ਭਤੀਜਦੇ ਤੇ ਨਾ ਸੀ। ਜਿਵੇਂ ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਸਤਿਗੁਰੂ ਜੀ ਦੱਸਦੇ ਨੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਵਿਖ ਮਾਰਗ ਚੱਲਣਾ। ਸਤਿਗੁਰੂ ਜੀ ਦੱਸਦੇ ਨੇ ਕਿ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਨੂੰ ਪੜ੍ਹੋ, ਪਰ ਪੜ੍ਹਨ ਦਾ ਲਾਭ ਤਾਂ ਹੈ ਜੇ ਉਹਨਾਂ ਨੂੰ ਪੜ੍ਹ ਕੇ ਜੀਵ ਦੇ ਅੰਦਰ ਸਹਿਜ ਆ ਜਾਵੇ, ਜੀਵ ਦੇ ਅੰਦਰ ਟਿਕਾ ਆ ਜਾਵੇ, ਜੀਵ ਉਹ ਤੱਤ ਵਸਤੂ ਜੋ ਪਰਮੇਸ਼ਰ ਦਾ ਨਾਮ ਹੈ ਉਹਨੂੰ ਪ੍ਰਾਪਤ ਕਰ ਲਵੇ। ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹਨੇ ਮੁਬਾਰਕ ਨੇ, ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹਨੇ ਜਿਹੜੇ ਨੇ ਉਹ ਸਫਲੇ ਨੇ। ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਉ ਨਾ ਦਰਸੈ। ਕਹਿੰਦੇ ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੇ ਨਾ ਪਰਸੇ। ਕਹਿੰਦੇ ਲੋਹਾ ਜਿਹੜਾ ਨਾ ਉਹ ਸੋਨਾ ਕਿਵੇਂ ਬਣ ਸਕਦਾ ਹੈ ਜਿੰਨਾ ਚਿਰ ਉਹ ਪਾਰਸ ਦੇ ਨਾਲ ਛੋਇਆ ਨਹੀਂ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਧਾਰਮਿਕ ਗ੍ਰੰਥ ਪੜ੍ਹਨ ਦੇ ਨਾਲ ਕਹਿੰਦੇ ਲਾਭ ਉਹਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਇਹਨਾਂ ਦੇ ਉਪਦੇਸ਼ ਦਾ ਧਾਰਨੀ ਬਣ ਜਾਂਦਾ ਹੈ, ਤੇ ਉਪਦੇਸ਼ ਦਾ ਧਾਰਨੀ ਬਣ ਕੇ ਉਹਨਾਂ ਨੂੰ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਕਿ ਉਹਦਾ ਆਉਣਾ ਸੰਸਾਰ ਦੇ ਵਿੱਚ ਸਫਲਾ ਹੋ ਜਾਂਦਾ ਹੈ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ।